जय हिंद प्यारे विद्यार्थियों। ਅੱਜ ਤੁਹਾਡੀ 8ਵੀਂ ਜਮਾਤ ਦਾ ਪਹਿਲਾ ਦਿਨ ਹੈ ਤੇ ਨਵੀਂ ਜਮਾਤ ਵਿੱਚ ਆਉਣ ਤੇ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਵੈਲਕਮ। ਤੇ ਆਓ ਬੇਟਾ, ਅੱਜ ਮੈਂ ਤੁਹਾਨੂੰ ਤੁਹਾਡੀ ਸਮਾਜਿਕ ਵਿਗਿਆਨ ਦੀ ਕਿਤਾਬ ਦਾ ਜੋ ਪਹਿਲਾ ਜਿਹੜਾ ਪਾਠ ਹੈ ਜਿਹਦਾ ਨਾਮ ਸਾਧਨ, ਕਿਸਮਾਂ ਅਤੇ ਸਾਂਭ ਸੰਭਾਲ ਬਾਰੇ ਬੇਟਾ ਜਾਣਕਾਰੀ ਦੇਣ ਜਾ ਰਿਹਾ ਹਾਂ ਤੇ ਤੁਸੀਂ ਸਾਰਿਆਂ ਨੇ ਧਿਆਨ ਨਾਲ ਸੁਣਨਾ ਹੈ ਤੇ ਨਾਲ ਦੇਖਣਾ ਵੀ ਹੈ। और ਆਪਾਂ ਗੱਲ ਕਰਦੇ ਹਾਂ ਇੱਕ ਇੱਕ ਕਰਕੇ ਬੇਟਾ। ਸਭ ਤੋਂ ਪਹਿਲਾਂ ਬੇਟਾ ਸਾਧਨ ਹੈ ਤੇ ਤੁਸੀਂ ਇਹ ਨਾਮ ਬੜੀ ਵਾਰੀ ਸੁਣਿਆ ਹੋਊਗਾ, ਤੁਸੀਂ ਜਾਣੂ ਹੋਵੋਗੇ। ਸਾਧਨ ਦਾ ਮਤਲਬ ਕੀ ਹੈ? ਜਦੋਂ ਅਸੀਂ ਸਾਧਨ ਕਹਿੰਦੇ ਹਾਂ ਤੇ ਤੁਹਾਡੇ ਮਨ ਦੇ ਵਿੱਚ ਕੀ ਵਿਚਾਰ ਆਉਂਦੇ ਨੇ? ਤੇ ਆਓ ਆ ਦੇਖੋ, ਇਹਦੇ ਵਿੱਚ ਤੁਹਾਨੂੰ ਕਿੰਨੀ ਤਰ੍ਹਾਂ ਦੇ ਸਾਧਨ ਨਜ਼ਰ ਆ ਰਹੇ ਨੇ। ਜੇਕਰ ਮੈਂ ਗੱਲ ਕਰਾਂ, ਆ ਥੱਲੇ ਕੀ ਦੇਖ ਰਹੇ ਹੋ? हाँ, ये पानी है बेटा, पानी भी एक साधन है। मिट्टी है, मिट्टी भी एक साधन है बेटा। आ ऊपर देखो भूमि है, एक साधन है। ये साडे पेड़ पौधे, पशु, ठीक है, ये सारे ही साडे साधन ने बेटा। ओके। और साधन असी किन्हां नूं कहने आ कि कुदरत ਜਾਂ ਮਨੁੱਖ ਦੁਆਰਾ ਬਣਾਏ ਗਏ ਅਰਥਵਾਨ ਪਦਾਰਥ ਜੋ ਸਾਡੀਆਂ ਜ਼ਰੂਰਤਾਂ ਪੂਰੀਆਂ ਕਰਦੇ ਨੇ ਅਤੇ ਵਿਕਾਸ ਲਈ ਲੋੜੀਂਦੇ ਨੇ, ਅਸੀਂ ਉਹਨਾਂ ਨੂੰ ਬੇਟਾ ਸਾਧਨ ਕਹਿੰਦੇ ਆ। ਓਕੇ, ਤਾਂ ਪਤਾ ਲੱਗ ਗਿਆ ਹੋਊਗਾ ਸਾਰਿਆਂ ਨੂੰ ਕਿ ਇਹ ਦੋ ਤਰ੍ਹਾਂ ਨਾਲ ਹੋ ਸਕਦੇ ਨੇ, ਕੁਦਰਤ ਦੁਆਰਾ ਜਿਹੜੇ ਬਣਾਏ ਹੋਏ ਨੇ ਔਰ ਜਿਹੜੇ ਮਨੁੱਖ ਦੁਆਰਾ ਬਣਾਏ ਗਏ ਨੇ। ਸਾਧਨ ਅਸੀਂ ਬੇਟਾ ਉਹਨਾਂ ਨੂੰ ਆਖਾਂਗੇ ਜੋ ਸਾਡੀਆਂ ਜ਼ਰੂਰਤਾਂ ਪੂਰੀਆਂ ਕਰਦੇ ਨੇ ਔਰ ਸਾਡੇ ਵਿਕਾਸ ਲਈ ਲੋੜੀਂਦੇ ਨੇ ਬੇਟਾ। ਆਓ ਚੱਲਦੇ ਹਾਂ ਆਪਾਂ ਅੱਗੇ। ਸਾਧਨ ਦੀਆਂ ਕਿਸਮਾਂ। ਸਾਧਨ ਦੀਆਂ ਕਿਸਮਾਂ ਬੇਟਾ ਦੇਖੋ, ਸਾਡੇ ਕੋਲ ਪਹਿਲਾ ਜਿਹੜੀ ਕਿਸਮ ਹੈ ਜੀਵ ਅਤੇ ਨਿਰਜੀਵ ਸਾਧਨ। ਓਕੇ। ਦੂਸਰਾ ਹੈ ਵਿਕਸਿਤ ਅਤੇ ਸੰਭਾਵਿਤ ਸਾਧਨ। ਤੀਸਰਾ ਮੁੱਕਣਯੋਗ ਅਤੇ ਨਾ ਮੁੱਕਣਯੋਗ ਸਾਧਨ। ਇਸ ਤੋਂ ਬਾਅਦ ਬੇਟਾ ਮਿੱਟੀ ਅਤੇ ਭੂਮੀ ਸਾਧਨ, ਸਮੁੰਦਰੀ ਅਤੇ ਖਣਿਜ ਸਾਧਨ ਅਤੇ ਮਨੁੱਖੀ ਸਾਧਨ। ਅਰਥਾਤ ਕਿ ਸਾਧਨਾਂ ਦੀਆਂ ਸਾਡੇ ਕੋਲ ਬੇਟਾ 6 ਕਿਸਮਾਂ ਨੇ ਮੋਟੇ ਤੌਰ ਤੇ ਆਓ ਆਪਾਂ ਇੱਕ ਇੱਕ ਨੂੰ ਤੁਹਾਨੂੰ ਮਿਲਾਨ ਚੱਲੇ ਬੇਟਾ। ਸਭ ਤੋਂ ਪਹਿਲੇ ਹੈ ਜੀਵ ਅਤੇ ਨਿਰਜੀਵ ਸਾਧਨ ਬੇਟਾ। ਤੁਹਾਨੂੰ ਬੇਟਾ ਇਹ ਪਤਾ ਹੋਊਗਾ ਕਿ ਜੋ ਕੁਝ ਵੀ ਆਪਾਂ ਖਾਂਦੇ ਹਾਂ ਔਰ ਇਹ ਜਿਹੜੇ ਸਾਰੇ ਜਿਹੜੇ ਪਦਾਰਥ ਨੇ ਇਹ ਸਾਨੂੰ ਮੋਸਟਲੀ ਮਿਲਦੇ ਨੇ ਜੀਵ ਪਦਾਰਥਾਂ ਤੋਂ, ਜਿਹਨੂੰ ਅਸੀਂ ਜੈਵਿਕ ਪਦਾਰਥ ਕਹਿ ਦਿੰਦੇ ਹਾਂ ਬੇਟਾ, ਔਰ ਬਾਇਓਟਿਕ ਪਦਾਰਥ ਵੀ ਕਹਿ ਦਿੰਦੇ ਹਾਂ। ਤੇ ਸੰਸਾਰ ਦਾ ਜਿਹੜਾ 85% ਭੋਜਨ ਹੈ ਬੇਟਾ, ਇਹ ਸਾਨੂੰ ਇਹਨਾਂ ਹੀ ਸਾਧਨਾਂ ਤੋਂ ਮਿਲਦਾ ਹੈ। ਤੁਸੀਂ ਕੋਈ ਚੀਜ਼ ਲੈ ਲਓ, ਦੁੱਧ ਲੈ ਲਓ, ਦਹੀਂ ਲੈ ਲਓ, ਖਾਣਾ ਲੈ ਲਓ, ਕਣਕ ਲੈ ਲਓ, ਓਕੇ, ਜੋ ਵੀ ਖਾਣ ਪੀਣ ਦੀਆਂ ਵਸਤੂਆਂ ਨੇ ਬੇਟਾ, ਇਹ ਸਾਰੀਆਂ ਹੀ ਸਾਨੂੰ ਜੀਵ ਅਤੇ ਨਿਰਜੀਵ ਸਾਧਨਾਂ ਤੋਂ ਮਿਲਦੀਆਂ ਨੇ। ਤੇ ਜੀਵ ਜੰਤੂ ਜਿਹੜੇ ਪੇੜ ਪੌਦੇ ਨੇ ਬੇਟਾ, ਇਹ ਸਾਡੇ ਸਾਰੇ ਜਿਹੜੇ ਜੈਵਿਕ ਸਾਧਨ ਨੇ। ਔਰ ਜੇਕਰ ਆਪਾਂ ਗੱਲ ਕਰੀਏ ਨਿਰਜੀਵ ਸਾਧਨ, ਜਿਵੇਂ ਖਣਿਜ ਪਦਾਰਥ ਹੋ ਗਿਆ ਬੇਟਾ, ਸੂਰਜ ਹੋ ਗਿਆ, ਪਾਣੀ, ਓਕੇ, ਇਹ ਸਾਰੇ ਸਾਡੇ ਨਿਰਜੀਵ ਸਾਧਨ ਨੇ। ਤੁਸੀਂ ਇਹ ਛੋਟੇ ਹੁੰਦੇ ਬੇਟਾ ਪੜ੍ਹ ਕੇ ਆਏ ਹੋ। ਚਲਿਏ, ਇਸ ਤੋਂ ਬਾਅਦ ਜੋ ਹੈ ਵਿਕਸਿਤ ਅਤੇ ਸੰਭਾਵਿਤ ਸਾਧਨ। ਇਹ ਬੇਟਾ ਥੋੜਾ ਜਿਹਾ ਫਰਕ ਹੈਗਾ, ਵਿਕਸਿਤ ਅਤੇ ਸੰਭਾਵਿਤ ਸਾਧਨ। ਵਿਕਸਿਤ ਸਾਧਨ ਉਹ ਹੁੰਦੇ ਨੇ ਜਿਨ੍ਹਾਂ ਤੋਂ ਅਸੀਂ ਆਲਰੇਡੀ ਕੰਮ ਲੈ ਰਹੇ ਹਾਂ ਤੇ ਸੰਭਾਵਿਤ ਸਾਧਨ ਹੁੰਦੇ ਨੇ ਜਿਨ੍ਹਾਂ ਤੋਂ ਅਸੀਂ ਹਾਲੇ ਕੰਮ ਲੈਣਾ ਹੁੰਦਾ ਹੈ। ਮੋਟੇ ਤੌਰ ਤੇ ਦੇਖੋ, ਜਿਸ ਤਰ੍ਹਾਂ ਤੁਹਾਡੇ ਮੰਮੀ ਪਾਪਾ ਨੇ ਤੁਹਾਨੂੰ ਖਰਚਣ ਵਾਸਤੇ 10 ਰੁਪਏ ਦਿੱਤੇ ਬੇਟਾ, ਉਹ ਤੁਹਾਡੀ ਜੇਬ 'ਚ ਹੈਗੇ ਨੇ। ਤੇ ਜਿੱਥੇ ਵੀ ਤੁਹਾਡਾ ਦਿਲ ਕਰੇਗਾ, ਤੁਸੀਂ ਕੋਈ ਕਾਪੀ ਲੈਣਾ ਹੈ, ਕੋਈ ਪੈਨ ਲੈਣਾ ਹੈ ਜਾਂ ਕੋਈ ਚੀਜ਼ ਖਾਣੀ ਹੈ ਬੇਟਾ, ਤੁਸੀਂ ਉਹਨੂੰ ਵਰਤ ਸਕਦੇ ਹੋ। ਤੇ ਇਹ ਤੁਹਾਡਾ ਹੋ ਗਿਆ ਵਿਕਸਿਤ ਸਾਧਨ। ਲੇਕਿਨ ਜੋ ਤੁਸੀਂ ਜਿਹੜੇ ਪੈਸੇ ਨੇ ਬੇਟਾ ਆਪਦੀ ਗੋਲਕ 'ਚ ਰੱਖੇ ਹੋਏ ਨੇ ਸੰਭਾਲ ਕੇ ਕਿ ਜਦੋਂ ਕਦੇ ਜ਼ਰੂਰਤ ਪਏਗੀ ਤਾਂ ਅਸੀਂ ਉਹਦਾ ਇਸਤੇਮਾਲ ਕਰਾਂਗੇ, ਤੇ ਇਹ ਹੋਣਗੇ ਸੰਭਾਵਿਤ ਸਾਧਨ। ਤਾਂ ਇਸੇ ਤਰ੍ਹਾਂ ਹੀ ਬੇਟਾ ਜਿਹੜੇ ਸਾਡੇ ਵਿਕਸਿਤ ਸਾਧਨ ਨੇ, ਜਿਵੇਂ ਆਪਾਂ ਪਾਣੀ ਤੋਂ ਬਿਜਲੀ ਬਣਾ ਰਹੇ ਹਾਂ ਬੇਟਾ, ਕੋਲੇ ਤੋਂ ਪੱਠੀਆਂ ਚੱਲ ਰਹੀਆਂ ਨੇ, ਕਾਰਖਾਨੇ ਚੱਲ ਰਹੇ ਨੇ, ਇਹ ਵਿਕਸਿਤ ਸਾਧਨ ਨੇ।
ਲੇਕਿਨ ਜਿਹੜਾ ਕੋਲਾ ਧਰਤੀ ਹੇਠਾਂ ਦੱਬਿਆ ਹੋਇਆ ਹੈ ਜਾਂ ਜਿਨ੍ਹਾਂ ਤੋਂ ਅਸੀਂ ਹਲੇ ਕੰਮ ਲੈਣਾ ਹੈ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਵਿਕਸਿਤ ਸਾਧਨ। ਹਾਂਜੀ, ਅੱਗੇ ਬੇਟਾ ਹੈ ਮੁੱਕਣਯੋਗ ਅਤੇ ਨਾ ਮੁੱਕਣਯੋਗ ਸਾਧਨ। ਤਾਂ ਇਹ ਤੁਸੀਂ ਬੇਟਾ ਸਾਰੇ ਜਾਣਦੇ ਹੋ ਕਿ ਜਿਹੜੇ ਮੁੱਕਣਯੋਗ ਸਾਧਨ ਉਹ ਹੁੰਦੇ ਨੇ ਕਿ ਜਿਨ੍ਹਾਂ ਨੇ ਇੱਕ ਦਿਨ ਮੁੱਕ ਜਾਣਾ ਹੈ। ਜਿਸ ਤਰ੍ਹਾਂ ਆਪਣੇ ਪੈਟਰੋਲ ਹੈ ਬੇਟਾ, ਡੀਜ਼ਲ ਹੈ, ਕੈਰੋਸਿਨ ਆਇਲ ਹੈ, ਮਿੱਟੀ ਦਾ ਤੇਲ ਹੈ, ਕੋਲਾ ਹੈ ਬੇਟਾ। ਔਰ ਜਿਹੜੇ ਨਾ ਮੁੱਕਣਯੋਗ ਸਾਧਨ ਨੇ, ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਜਿਨ੍ਹਾਂ ਦੀ ਵਰਤੋਂ ਦੇ ਨਾਲ ਨਾਲ ਉਹ ਰੀਨਿਊ ਹੋ ਰਹੇ ਨੇ, ਨਵਿਆਨਯੋਗ ਜਿਹੜੇ ਸਾਧਨ ਨੇ ਬੇਟਾ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਨਾ ਮੁੱਕਣਯੋਗ ਸਾਧਨ। ਜਿਵੇਂ ਸੂਰਜ ਦੀ ਰੋਸ਼ਨੀ ਹੈ ਬੇਟਾ, ਹਵਾ ਹੈ, ਪਾਣੀ ਹੈ, ਠੀਕ ਹੈ। ਤਾਂ ਇਹ ਬੜਾ ਆਸਾਨ ਹੈ। ਇਸ ਤੋਂ ਬਾਅਦ ਹੈ ਬੇਟਾ ਮਿੱਟੀ ਅਤੇ ਭੂਮੀ ਸਾਧਨ। ਹੁਣ ਦੇਖੋ, ਮਿੱਟੀ ਜਿਹੜੀ ਹੈ ਇਹ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਔਰ ਮਿੱਟੀ ਜੋ ਹੈ ਬੇਟਾ ਇਹ ਧਰਤੀ ਦੀ ਉੱਪਰਲੀ ਛੋਟੀ ਜਿਹੀ ਪਰਤ ਹੁੰਦੀ ਹੈ, ਜਿਹੜੀ ਕਿ ਮੂਲ ਚੱਟਾਨ ਦੇ ਟੁੱਟਣ ਭੱਜਣ ਤੋਂ ਬਣਦੀ ਹੈ। ਔਰ ਨਾਲ ਹੀ ਜਿਹੜੇ ਜੀਵ ਜੰਤੂ ਨੇ, ਪੇੜ ਪੌਦੇ ਨੇ, ਉਹਨਾਂ ਦੇ ਗਲਣ ਸੜਨ ਤੋਂ ਬਣਦੀ ਹੈ। ਓਕੇ, ਔਰ ਇਹ ਸਾਡੇ ਵਾਸਤੇ ਬਹੁਤ ਮਹੱਤਵਪੂਰਨ ਹੈ, ਕਿਉਂਕਿ ਜਿੰਨੀਆਂ ਵੀ ਆਪਾਂ ਫਸਲਾਂ ਬੀਜਦੇ ਹਾਂ ਬੇਟਾ, ਇਹ ਤਾਂ ਮਿੱਟੀ ਦੇ ਵਿੱਚ ਹੀ ਬੀਜਦੇ ਹਾਂ। ਤੇ ਅਗਰ ਮਿੱਟੀ ਹੀ ਨਹੀਂ ਹੋਏਗੀ ਤੇ ਆਪਾਂ ਫਸਲਾਂ ਕਿਵੇਂ ਬੀਜਾਂਗੇ। ਦੂਸਰਾ ਹੈ ਸਾਡੇ ਕੋਲ ਭੂਮੀ ਸਾਧਨ। ਹੁਣ ਭੂਮੀ ਸਾਧਨ ਵੀ ਸਾਡੇ ਕੋਲ ਸਾਡੇ ਵਾਸਤੇ ਬੇਟਾ ਬਹੁਤ ਲਾਹੇਵੰਦ ਹੈ, ਕਿਉਂਕਿ ਅਗਰ ਕੋਈ ਆਪਾਂ ਨਵਾਂ ਸਕੂਲ ਬਣਾਉਣਾ ਹੈ, ਕੋਈ ਕਾਰਖਾਨਾ ਆਪਾਂ ਨਵਾਂ ਇਸਟੈਬਲਿਸ਼ ਕਰਨਾ ਹੈ, ਕੋਈ ਆਪਾਂ ਨਵਾਂ ਘਰ ਪਾਉਣਾ ਬੇਟਾ, ਤੇ ਉਹਦੇ ਵਾਸਤੇ ਜਿਹੜਾ ਸਾਨੂੰ ਭੂਮੀ ਦੀ ਜ਼ਰੂਰਤ ਪੈਂਦੀ ਹੈ। ਕੋਈ ਆਪਾਂ ਹਸਪਤਾਲ ਖੋਲ੍ਹਣਾ ਹੈ, ਕੋਈ ਪਾਰਕ ਬਣਾਉਣਾ ਬੇਟਾ, ਤੇ ਇਹ ਮਿੱਟੀ ਅਤੇ ਭੂਮੀ ਸਾਧਨ ਵੀ ਜਿਹੜੇ ਸਾਡੇ ਵਾਸਤੇ ਬੜੇ ਲਾਹੇਵੰਦ ਨੇ ਬੇਟਾ ਜੀ। ਅੱਗੇ ਜੇਕਰ ਮੈਂ ਗੱਲ ਕਰਾਂ, ਜਿਹੜਾ ਆਪਣਾ ਸੈਕੰਡ ਲਾਸਟ ਪੰਜਵਾਂ ਜਿਹੜਾ ਪੁਆਇੰਟ ਹੈ ਬੇਟਾ, ਸਮੁੰਦਰੀ ਅਤੇ ਖਣਿਜ ਸਾਧਨ। ਦੇਖੋ, ਜਿਹੜਾ ਸਮੁੰਦਰ ਹੈ ਬੇਟਾ, ਇਹਦੇ ਵਿੱਚ ਬਹੁਤ ਕੁਝ ਛੁਪਿਆ ਹੋਇਆ ਹੈ। ਓਕੇ, ਇਹ ਸਾਨੂੰ ਬਹੁਤ ਸਾਰੇ ਜਿਹੜੇ ਸਾਡੇ ਵਾਸਤੇ ਖਾਣ ਪੀਣ ਦਾ ਸਮਾਨ ਜਿਹੜਾ ਹੈ ਮਿਲਦਾ ਹੈ ਬੇਟਾ, ਕਿਉਂਕਿ ਦੁਨੀਆ ਦੇ ਬਹੁਤ ਸਾਰੇ ਲੋਕ ਮੱਛੀ ਖਾ ਕੇ ਬੇਟਾ ਆਪਦਾ ਜਿਹੜਾ ਗੁਜ਼ਾਰਾ ਕਰਦੇ ਨੇ। ਔਰ ਜਿਹੜੇ ਖਣਿਜ ਪਦਾਰਥ ਨੇ ਉਹ ਵੀ ਸਾਨੂੰ ਜਿਹੜਾ ਹੈ ਇਹਨਾਂ ਦੇ ਵਿੱਚੋਂ ਹੀ ਨਿਕਲਦਾ ਹੈ ਬੇਟਾ। ਔਰ ਮੈਂ ਇਹ ਵੀ ਦੱਸਦਾ ਕਿ ਧਰਤੀ ਉੱਪਰ ਜਿਹੜਾ ਸਭ ਤੋਂ ਪਹਿਲਾ ਜੀਵਨ ਸਮੁੰਦਰਾਂ ਤੋਂ ਸ਼ੁਰੂ ਹੋਇਆ ਸੀ। ਧਰਤੀ ਦੇ ਬਾਅਦ 'ਚ ਜਿਹੜੇ ਜੀਵ ਜੰਤੂ ਆਏ, ਸਭ ਤੋਂ ਪਹਿਲਾਂ ਆਏ ਸਮੁੰਦਰਾਂ ਦੇ ਵਿੱਚ ਬੇਟਾ। ਓਕੇ, ਔਰ ਧਰਤੀ ਦੇ ਜਿਹੜੇ ਜੀਵ ਨੇ ਉਹਨਾਂ ਵਿੱਚੋਂ 75% ਜਿਹੜੇ ਜੀਵ ਉਹ ਬੇਟਾ ਸਮੁੰਦਰਾਂ ਤੋਂ ਹੀ ਉਤਪੰਨ ਹੋਏ ਨੇ। ਓਕੇ, ਤੇ ਸਮੁੰਦਰਾਂ ਸਾਨੂੰ ਬਹੁਤ ਕੁਝ ਮਿਲਦਾ ਹੈ, ਜਿਵੇਂ ਮੱਛੀਆਂ ਹੋ ਗਏ ਬੇਟਾ, ਘੋਗੇ, ਸਿੱਪੀਆਂ, ਹੀਰੇ, ਜਵਾਹਰਾਤ ਆਦਿ ਸਾਰੇ ਮਿਲਦੇ ਨੇ। ਔਰ ਕਈ ਥਾਵਾਂ ਤੇ ਸਮੁੰਦਰੀ ਤੱਟਾਂ ਤੋਂ ਪੈਟਰੋਲੀਅਮ ਪਦਾਰਥ ਵੀ ਮਿਲਦੇ ਨੇ ਬੇਟਾ, ਜਿੱਥੋਂ ਆਪਾਂ ਪੈਟਰੋਲ ਕੱਢਦੇ ਹਾਂ, ਫਿਰ ਉਹਨੂੰ ਸਾਫ਼ ਕਰਕੇ ਸਾਰਾ ਵੱਖਰਾ ਵੱਖਰਾ ਕਰਦੇ ਹਾਂ। ਤੇ ਜੋ ਮੱਛੀਆਂ ਹੈ ਬੇਟਾ, ਇਹ ਸੰਸਾਰ ਦੀ ਬਹੁਤ ਵੱਡੀ ਜਨਸੰਖਿਆ ਨੂੰ ਖੁਰਾਕ ਵੀ ਦਿੰਦੀਆਂ ਨੇ ਬੇਟਾ, ਉਹਨਾਂ ਦਾ ਸਾਧਨ ਬਣਦੀਆਂ ਹੈ ਖੁਰਾਕ ਦਾ। ਚਲਿਏ ਤੇ ਅੱਗੇ ਥੋੜਾ ਜਿਹਾ ਆਪਾਂ ਇਹਨੂੰ ਕਰੀਏ ਰੀਕੈਪਚੁਲੇਸ਼ਨ। ਇਹ ਸਾਧਨ ਬੇਟਾ ਦੋ ਤਰ੍ਹਾਂ ਦੇ ਨੇ। ਇੱਕ ਤਾਂ ਹੋ ਗਿਆ ਸਾਡੇ ਕੁਦਰਤੀ ਸਾਧਨ, ਇੱਕ ਹੋ ਗਏ ਮਨੁੱਖੀ ਸਾਧਨ। ਜਿਹੜੇ ਤਾਂ ਸਾਨੂੰ ਕੁਦਰਤ ਵੱਲੋਂ ਮਿਲੇ ਨੇ ਉਹ ਕੁਦਰਤੀ ਸਾਧਨ ਨੇ, ਔਰ ਜੋ ਮਨੁੱਖ ਦੁਆਰਾ ਬਣਾਏ ਗਏ ਨੇ ਉਹ ਸਾਡੇ ਮਨੁੱਖੀ ਸਾਧਨ ਜਾਂ ਆਪਾਂ ਕਹਿ ਦਿੰਦੇ ਹਾਂ ਗੈਰ ਕੁਦਰਤੀ ਸਾਧਨ। ਹੁਣ ਜਿਸ ਤਰ੍ਹਾਂ ਦੇਖੋ, ਇਹ ਹਵਾ ਹੈ, ਓਕੇ, ਇਹ ਆਪਣਾ ਕੁਦਰਤੀ ਸਾਧਨ ਹੈ। ਇਹ ਜਲ ਸਾਧਨ ਹੈ। ਇਹ ਜਿਹੜਾ ਸੂਰਜ ਤੋਂ ਸਾਨੂੰ ਰੋਸ਼ਨੀ ਮਿਲ ਰਹੀ ਹੈ ਬੇਟਾ, ਸੂਰਜ ਦੀ ਰੋਸ਼ਨੀ ਕੁਦਰਤੀ ਸਾਧਨ ਹੈ। ਇਹ ਆਪਣਾ ਖਣਿਜ ਤੇਲ ਹੈ। ਔਰ ਇਹ ਜਿਹੜਾ ਸਾਡਾ ਭੂਮੀ ਸਾਧਨ ਹੈ ਬੇਟਾ, ਜੀਵ ਜੰਤੂ ਨੇ, ਇਹ ਖਣਿਜ ਪਦਾਰਥ ਨੇ ਬੇਟਾ, ਪੇੜ ਪੌਦੇ ਨੇ। ਔਰ ਜੋ ਕੁਦਰਤੀ ਗੈਸ ਹੈ, ਤਾਂ ਇਹ ਸਾਰੇ ਦੇ ਸਾਰੇ ਹੀ ਸਾਡੇ ਕੁਦਰਤੀ ਸਾਧਨ ਨੇ ਬੇਟਾ। ਔਰ ਇੱਕ ਮਨੁੱਖੀ ਸਾਧਨ ਹੈ। ਉਸ ਤੋਂ ਬਾਅਦ ਬੇਟਾ ਸਾਰੇ ਸਾਧਨਾਂ ਦੇ ਵਿੱਚੋਂ ਮਨੁੱਖੀ ਸਾਧਨ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ। ਇਹ ਤਾਂ ਤੁਸੀਂ ਗੱਲ ਮੰਨਦੇ ਹੋ, ਕਿਉਂਕਿ ਦੇਖੋ, ਜੇ ਅਗਰ ਕਿਸੇ ਵੀ ਦੇਸ਼ ਦੇ ਲੋਕ ਪੜ੍ਹੇ ਲਿਖੇ ਹੋਣਗੇ, ਜਾਗਰੂਕ ਹੋਣਗੇ, ਤਾਂ ਉਹ ਆਪਣੇ ਜੋ ਉਹਨਾਂ ਕੋਲ ਸਾਧਨ ਹੈਗੇ ਨੇ, ਚਾਹੇ ਥੋੜੇ ਨੇ ਚਾਹੇ ਜ਼ਿਆਦਾ ਨੇ, ਤੇ ਉਹ ਆਪ ਦੀ ਸਮਝ ਦੇ ਮੁਤਾਬਕ ਉਹਨਾਂ ਦੀ ਵਰਤੋਂ ਕਰਨਗੇ ਔਰ ਉਹਨਾਂ ਨੂੰ ਲੰਬੇ ਸਮੇਂ ਤੱਕ ਚਲਾ ਸਕਦੇ ਨੇ। ਠੀਕ ਹੈ ਜੀ। ਜਿਵੇਂ ਤੁਹਾਨੂੰ ਮੈਂ ਦੱਸਾਂ ਕਿ ਆਪਣੇ ਸੰਸਾਰ ਦੇ ਵਿੱਚ ਇੱਕ ਦੇਸ਼ ਹੈ, ਬਹੁਤ ਛੋਟਾ ਜਿਹਾ ਦੇਸ਼ ਹੈ ਬੇਟਾ, ਤੇ ਉਹਨੂੰ ਲੋਕ
ਜਿਹੜਾ ਹੈ ਪਿਆਰ ਨਾਲ ਚੜ੍ਹਦੇ ਹੋਏ ਸੂਰਜ ਦਾ ਦੇਸ਼ ਵੀ ਕਹਿੰਦੇ ਨੇ, ਕਿਉਂਕਿ ਸਭ ਤੋਂ ਪਹਿਲਾਂ ਸੂਰਜ ਦੇ ਦਰਸ਼ਨ ਉੱਥੇ ਹੁੰਦੇ ਨੇ। ਤੇ ਤੁਸੀਂ ਸਮਝ ਗਏ ਹੋਗੇ। ਹਾਂਜੀ ਬਿਲਕੁਲ ਸਹੀ ਹੈ, ਜਾਪਾਨ ਬੇਟਾ। ਹੁਣ ਜਾਪਾਨ ਦੇ ਕੋਲ ਜਿਹੜੇ ਕੁਦਰਤੀ ਸਾਧਨਾਂ ਦੀ ਅਣਹੋਂਦ ਹੈ, ਯਾਨੀ ਕਿ ਬਹੁਤ ਘੱਟ ਨੇ, ਲੇਕਿਨ ਉਹਨਾਂ ਦੇ ਜਿਹੜੇ ਮਨੁੱਖੀ ਸਾਧਨ ਨੇ, ਜੋ ਉਹਨਾਂ ਦੀ ਬੇਟਾ ਜਨਸੰਖਿਆ ਹੈ, ਜੋ ਜਾਪਾਨੀ ਲੋਕ ਨੇ, ਉਹ ਬਹੁਤ ਪੜ੍ਹੇ ਲਿਖੇ ਔਰ ਸਮਝਦਾਰ ਨੇ। ਉਹ ਆਪਦੇ ਜਿਹੜੇ ਦੇਸ਼ ਦੇ ਸਾਧਨਾਂ ਨੂੰ ਵੇਸਟ ਨਹੀਂ ਕਰਦੇ। ਤਾਂ ਇਸ ਕਰਕੇ ਉਹਨੇ ਆਪਦੇ ਜਿਹੜੇ ਹੈ ਥੋੜ੍ਹੇ ਜਿਹੇ ਸਾਧਨਾਂ ਤੋਂ ਹੀ ਸਮਝ ਨਾਲ ਕੰਮ ਲੈ ਕੇ ਔਰ ਉਹ ਦੁਨੀਆ ਦੇ ਜਿਹੜੇ ਅਗਲੇ ਦੇਸ਼ਾਂ ਦੇ ਵਿੱਚ ਬੇਟਾ ਆ ਖੜੋਤਾ ਹੈ। ਤੇ ਸਾਨੂੰ ਵੀ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜੋ ਅਸੀਂ ਆਪਣੇ ਦੇਸ਼ ਭਾਰਤ ਦੇ ਜੋ ਸਾਧਨ ਨੇ, ਜੋ ਸਾਡੇ ਆਲੇ ਦੁਆਲੇ, ਜੋ ਸਾਡੇ ਸਕੂਲ ਦੇ ਵਿੱਚ ਨੇ, ਸਾਡੇ ਘਰ ਦੇ ਵਿੱਚ ਨੇ, ਸਾਡੇ ਆਂਢ ਗੁਆਂਢ ਦੇ ਵਿੱਚ ਨੇ, ਅਸੀਂ ਉਹਨਾਂ ਦੀ ਫਜ਼ੂਲ ਵਰਤੋਂ ਨਾ ਕਰੀਏ ਔਰ ਨਾ ਹੀ ਆਪਾਂ ਕਿਸੇ ਨੂੰ ਕਰਨ ਦੇਈਏ। ਅਗਰ ਕੋਈ ਟੂਟੀ ਕੋਈ ਖੁੱਲੀ ਚੱਲ ਰਹੀ ਹੈ ਬੇਫਾਲਤੂ ਦੀ, ਤਾਂ ਸਾਨੂੰ ਉਹਨੂੰ ਬੰਦ ਕਰਨਾ ਚਾਹੀਦਾ ਹੈ। ਔਰ ਅਗਰ ਕੋਈ ਬਿਜਲੀ ਹੈ, ਕੋਈ ਪੱਖੇ ਚੱਲ ਰਹੇ ਨੇ, ਕੋਈ ਬੈਠਾ ਨਹੀਂ ਹੈ, ਤਾਂ ਬੇਟਾ ਸਾਨੂੰ ਉਹ ਬਿਲਕੁਲ ਬੰਦ ਕਰ ਦੇਣੇ ਚਾਹੀਦੇ ਨੇ, ਚਾਹੇ ਆਪਣਾ ਸਕੂਲ ਹੋਵੇ ਤੇ ਚਾਹੇ ਆਪਣਾ ਉਹ ਘਰ ਹੋਵੇ। ਓਕੇ ਜੀ, ਚਲਿਏ ਹੁਣ ਤੁਹਾਡੀ ਇੱਕ ਆਪਾਂ ਸਮਝ ਦੇ ਮੁਤਾਬਕ ਗੱਲ ਕਰੀਏ। ਤੁਸੀਂ ਦੱਸੋ ਕਿ ਜੋ ਮਨੁੱਖੀ ਬੁੱਧੀ, ਗਿਆਨ ਅਤੇ ਕੰਮ ਕਰਨ ਦੀ ਕੁਸ਼ਲਤਾ ਨੂੰ ਅਸੀਂ ਕਿਹੜੇ ਸਾਧਨ ਆਖਾਂਗੇ? ਹੁਣ ਤੁਸੀਂ ਮੈਨੂੰ ਦੱਸਣਾ ਵੀ ਇਹ ਜੀਵ ਨਿਰਜੀਵ ਸਾਧਨ ਨੇ ਜਾਂ ਸਮੁੰਦਰ ਅਤੇ ਖਣਿਜ ਸਾਧਨ ਨੇ? ਹਾਂ, ਮਨੁੱਖੀ ਸਾਧਨ ਬੇਟਾ, ਬਿਲਕੁਲ ਸਹੀ ਹੈ। ਮਨੁੱਖੀ ਬੁੱਧੀ, ਗਿਆਨ ਅਤੇ ਕੰਮ ਕਰਨ ਦੀ ਕੁਸ਼ਲਤਾ ਨੂੰ ਮਨੁੱਖੀ ਸਾਧਨ ਕਿਹਾ ਜਾਂਦਾ ਹੈ। ਓਕੇ, ਸ਼ੁਰੂ ਵਿੱਚ ਮਨੁੱਖ ਦੀਆਂ ਲੋੜਾਂ, ਹਾਂਜੀ ਦੱਸੋ, ਜ਼ਿਆਦਾ ਸੀ ਕਿ ਘੱਟ ਸੀ ਸ਼ੁਰੂ ਦੇ ਵਿੱਚ? ਹਾਂ ਬਿਲਕੁਲ ਸਹੀ ਜਵਾਬ, ਸੀਮਤ ਸਨ। ਤੇ ਅੱਗੇ ਹੈ, ਮਨੁੱਖ ਆਪਣੇ ਆਲੇ ਦੁਆਲੇ ਦੀਆਂ ਡੈਸ਼ ਤੋਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਦਾ ਯਤਨ ਕਰਦਾ ਹੈ। ਤੇ ਇੱਥੇ ਅਪਣਾਏਗਾ ਬੇਟਾ ਪਰਿਸਥਿਤੀਆਂ, ਆਲੇ ਦੁਆਲੇ ਦੀਆਂ ਪਰਿਸਥਿਤੀਆਂ। ਓਕੇ, ਕੁਦਰਤੀ ਸਾਧਨ ਡੈਸ਼ ਦੁਆਰਾ ਮਨੁੱਖ ਨੂੰ ਪ੍ਰਦਾਨ ਕੀਤੇ ਗਏ ਹਨ। ਹੁਣ ਤੁਸੀਂ ਦੱਸੋ ਵੀ ਜੋ ਆਪਣੇ ਸੂਰਜ ਦੀ ਰੋਸ਼ਨੀ ਹੈ, ਪਾਣੀ ਹੈ, ਮਿੱਟੀ ਹੈ, ਭੂਮੀ ਹੈ, ਉਹ ਕਿਹਨੇ ਦਿੱਤਾ ਸਾਨੂੰ? ਮਨੁੱਖ ਨੇ ਦਿੱਤਾ? ਨਹੀਂ ਨਾ। ਹਾਂ, ਕਿਹਨੇ ਦਿੱਤਾ ਹੈ? ਕੁਦਰਤ ਨੇ। ਯੈਸ, ਤਾਂ ਕੁਦਰਤੀ ਸਾਧਨ ਜਿਹੜੇ ਨੇ ਸਾਨੂੰ ਕੁਦਰਤ ਦੁਆਰਾ ਹੀ ਮਨੁੱਖ ਨੂੰ ਇੱਕ ਤਰ੍ਹਾਂ ਦਾ ਗਿਫਟ ਸਾਨੂੰ ਪ੍ਰਦਾਨ ਕੀਤਾ ਹੈ ਬੇਟਾ। ਤੇ ਇਹ ਜਿਹੜੇ ਸਾਧਨ ਨੇ ਬੇਟਾ, ਤੁਹਾਨੂੰ ਮੈਂ ਦੱਸਿਆ ਵੀ ਦੋ ਤਰ੍ਹਾਂ ਦੇ ਹੋ ਸਕਦੇ ਨੇ, ਇੱਕ ਕੁਦਰਤੀ ਔਰ ਦੂਸਰਾ ਗੈਰ ਕੁਦਰਤੀ। ਬਿਲਕੁਲ ਸਹੀ ਜਵਾਬ। ਚਲੋ ਆਪਾਂ ਹੋਰ ਅੱਗੇ ਚੱਲਦੇ ਹਾਂ ਬੇਟਾ। ਇਹ ਹੁਣ ਆਪਾਂ ਸਹੀ ਮਿਲਾਨ ਕਰਨਾ ਹੈ ਕਿ ਜਿਹੜਾ ਆਪਣਾ ਪਰਬਤੀ ਖੇਤਰ ਹੈ, ਪਰਬਤੀ ਖੇਤਰ ਦੇ ਵਿੱਚ ਜਿਹੜਾ ਸਾਨੂੰ ਮਿਲਦੀ ਹੈ, ਯੈਸ, ਜਿਵੇਂ ਰੋਸ਼ਨੀ ਹੁੰਦੀ ਹੈ ਜੀ, ਹਵਾ ਹੈ, ਉਹ ਤੋਂ ਨਦੀਆਂ ਵਹਿੰਦੀਆਂ ਨੇ, ਪਾਣੀ ਹੁੰਦਾ ਹੈ, ਜੰਗਲ। ਬਿਲਕੁਲ ਸਹੀ ਹੈ। ਔਰ ਜਿਹਨੂੰ ਅਸੀਂ ਦੁਬਾਰਾ ਪੈਦਾ ਕਰ ਸਕਦੇ ਹੈਗੇ ਆ, ਰਿਚਾਰਜ ਕਰ ਸਕਦੇ ਆ, ਨਵਿਆ ਸਕਦੇ ਹਾਂ ਬੇਟਾ, ਉਹ ਸਾਡੇ ਕੋਲ ਕਿਆ ਹੈ? ਹਾਂਜੀ ਹਾਂ, ਯੈਸ, ਮਿੱਟੀ। ਕਿਉਂਕਿ ਮਿੱਟੀ ਜਿਹੜੀ ਹੈ ਬੇਟਾ ਉਹ ਬਣਦੀ ਰਹਿੰਦੀ ਹੈ। ਔਰ ਮਨੁੱਖੀ ਸਾਧਨ ਚ ਆਉਣਗੇ ਆਪਣੇ ਕੋਲ ਬੁੱਧੀ ਅਤੇ ਗਿਆਨ। ਤੇ ਧਰਤੀ ਦਾ ਜਿਹੜਾ ਜਲ ਭਾਗ ਹੈ, ਹਾਂ ਇਹ ਤੁਹਾਨੂੰ ਪਤਾ ਹੈ ਬੇਟਾ ਸਾਰੇ ਬੱਚਿਆਂ ਨੂੰ, 71%। ਤੇ ਸਮੁੰਦਰਾਂ ਤੋਂ ਸਾਨੂੰ ਮਿਲਦਾ ਹੈ ਮੋਤੀ, ਕੋਗੇ, ਸਿੱਪੀਆਂ, ਹੀਰੇ ਤੇ ਜਵਾਹਰਾਤ। ਬਿਲਕੁਲ ਸਹੀ ਜਵਾਬ। ਹੋਰ ਅੱਗੇ ਚੱਲਦੇ ਬੇਟਾ। ਹੇਠ ਲਿਖਿਆਂ ਵਿੱਚੋਂ ਕਿਹੜਾ ਗੈਰ ਕੁਦਰਤੀ ਸਾਧਨ ਹੈ? ਤੇ ਇਹ ਤੁਹਾਡੇ ਕੋਲ 4 ਆਪਸ਼ਨ ਨੇ, ਜਲਦੀ ਨਾਲ ਦੱਸੋ। ਸੂਰਜ, ਜੰਗਲ, ਪਾਣੀ। ਹਾਂ, ਇਹ ਜੋ ਈਡੀ ਹੈ ਬੇਟਾ, ਜੋ ਕਾਰਖਾਨੇ ਲੱਗੇ ਹੋਏ ਨੇ, ਇਹ ਗੈਰ ਕੁਦਰਤੀ ਸਾਧਨ ਹੈ। ਧਰਤੀ ਦਾ ਕਿੰਨੇ ਭਾਗ ਪਾਣੀ ਹੈ? ਹਾਂ, ਇਹ ਆਪਾਂ ਗੱਲ ਕਰ ਹੀ ਚੁੱਕੇ ਹਾਂ ਬੇਟਾ, 71%। ਤੇ ਇਹਨਾਂ ਵਿੱਚੋਂ ਮੈਨੂੰ ਦੱਸੋ ਵੀ ਕਿਹੜਾ ਸਾਧਨ ਮੁੱਕਣਯੋਗ ਹੈ, ਜਿਹਨੇ ਮੁੱਕ ਜਾਣਾ ਹੈ? ਪਾਣੀ, ਸੂਰਜ ਦੀ ਰੋਸ਼ਨੀ, ਜੰਗਲ, ਪੈਟਰੋਲ। ਹਾਂ, ਪੈਟਰੋਲ ਨੇ ਬੇਟਾ ਇੱਕਦਮ ਖਤਮ ਹੋ ਜਾਣਾ ਹੈ। ਬਿਲਕੁਲ ਸਹੀ ਜਵਾਬ ਹੈ। ਤੇ ਚੱਲਦੇ ਚੱਲਦੇ ਬੜਾ ਦੱਸਣਾ ਹੈ ਵੀ ਸਹੀ ਹੈ ਕਿ ਗਲਤ ਹੈ। ਮਿੱਟੀ ਧਰਤੀ ਦੀ ਸਭ ਤੋਂ ਉੱਪਰਲੀ ਛੋਟੀ ਜਿਹੀ ਪਰਤ ਹੈ। ਹਾਂ, ਬਿਲਕੁਲ ਸਹੀ ਹੈ। ਔਰ ਪਾਣੀ ਮਨੁੱਖ ਵਾਸਤੇ ਮੁੱਢਲਾ ਅਤੇ ਬਹੁਤ ਮਹੱਤਵਪੂਰਨ ਸਾਧਨ ਹੈ। ਸਹੀ ਹੈ। ਨਦੀਆਂ ਤੋਂ ਬਿਜਲੀ ਤਿਆਰ ਹੁੰਦੀ ਹੈ ਤਾਂ ਇਹ ਪਾਣੀ ਵਿਕਸਿਤ ਕਹਾਉਂਦਾ ਹੈ। ਸਹੀ ਹੈ।
ਔਰ ਮਨੁੱਖ ਦੁਆਰਾ ਪੈਦਾ ਕੀਤੇ ਸਾਰੇ ਜੀਵਾਂ ਵਿੱਚ ਜਿਹੜਾ ਮਨੁੱਖ ਹੈ ਸਰਵੋਤਮ ਪ੍ਰਾਣੀ ਹੈ, ਇਹ ਵੀ ਸਹੀ ਹੈ। ਜੈ ਹਿੰਦ ਪਿਆਰੇ ਬੱਚਿਓ, ਅੱਜ ਤੁਹਾਡੀ ਕਲਾਸ ਦੇ ਦੂਸਰੇ ਦਿਨ ਦੇ ਵਿੱਚ ਤੁਹਾਡਾ ਸਵਾਗਤ, ਵੈਲਕਮ ਜੀ ਆਇਆਂ ਨੂੰ ਬੇਟਾ। ਕੱਲ ਆਪਾਂ ਗੱਲ ਕੀਤੀ ਸੀ ਸਾਧਨ ਅਤੇ ਇਹਨਾਂ ਦਾ ਵਿਕਾਸ, ਤੇ ਆਓ ਅੱਜ ਉਹਦੇ ਦੂਸਰੇ ਅਤੇ ਅਖੀਰਲੇ ਪਾਠ ਦੇ ਵਿੱਚ ਦੇਖਦੇ ਹਾਂ ਕਿ ਤੁਸੀਂ ਇਹਦੇ ਵਿੱਚ ਕਿੰਨਾ ਕੁ ਸਿੱਖਿਆ ਬੇਟਾ। ਓਕੇ, ਤਾਂ ਅੱਜ ਜੋ ਹੈ ਆਪਣਾ ਸਾਰਾ ਆਪਾਂ ਇੰਟਰੈਕਟਿਵ ਕੰਮ ਕਰਾਂਗੇ। ਤੁਹਾਡੇ ਕੋਲੋਂ ਮੈਂ ਕੁਐਸਚਨ ਪੁੱਛੂੰਗਾ ਤੇ ਤੁਸੀਂ ਮੈਨੂੰ ਉਹਦੇ ਜਵਾਬ ਦੇਣੇ ਹੋਣਗੇ, ਠੀਕ ਹੈ ਬੇਟਾ। ਚਲਿਏ, ਪਹਿਲਾ ਸਵਾਲ ਤੁਹਾਡੇ ਸਾਰਿਆਂ ਦੇ ਸਾਹਮਣੇ ਬੇਟਾ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਜਿਹੜਾ ਸਾਧਨ ਹੈ ਉਹ ਗੈਰ ਕੁਦਰਤੀ ਸਾਧਨ ਹੈ। ਪਹਿਲਾ सूरज की रोशनी, दूसरा जंगल, तीसरा बेटा इंडस्ट्री कारखाने, ते चौथा पानी। हाँ जी, कल बेटा आप की सी कि कुदरती और गैर कुदरती ਜਿਹੜੇ साधन ने ਕਿਹੜੇ ਕਿਹੜੇ ਨੇ, ਤੇ ਦੱਸੋ ਮੈਨੂੰ ਇਹਦੇ ਵਿੱਚੋਂ। हाँ जी, सूरज है नहीं, बिल्कुल ठीक जवाब है। सूरज ਜਿਹੜਾ ਸਾਡਾ गैर कुदरती साधन नहीं है, ਇਹ ਤਾਂ ਕੁਦਰਤ ਵੱਲੋਂ ਦਿੱਤਾ ਬੇਟਾ। और जंगल, हाँ जी, जंगल भी बेटा साढ़े कुदरती साधन ने। ते कारखाने दसो कुदरती है कि गैर कुदरती। हाँ बच्चे बिल्कुल बेटा ठीक जवाब दे रहे ने, ये साड़ा गैर कुदरती साधन है। ते जरा पानी साड़ा कुदरती साधन है। तो इस सवाल का जो सही जवाब है कि इन्हां विचों जो साड़ा गैर कुदरती साधन है वो है साड़ी इंडस्ट्री, क्योंकि जो इंडस्ट्री है बेटा, जो कारखाने ने वो तो मनुख बनाउंदा बेटा, ठीक है ना। तो इस करके एक कुदरत वालों नहीं होंगे, ये हो गए गैर कुदरती साधन। बिल्कुल सही जवाब बेटा, शाबाश। ते दूसरा जेकर मैं क्वेश्चन आवां बेटा, धरती का किन्ने प्रतिशत भाग पानी है। एक बार फिर सुन लो कि साडी धरती के उपर जिहड़ा पानी ने किन्ने प्रतिशत भाग मलिया होया है। तो ये तुहाडे ऑप्शन तुहाडे सामने ने बेटा, 80%, 71%, 65% और 55। हाँ बोलो बच्चों की आवाज़ आ रही है बेटा, शाबाश। किन्नी? 71%, बिल्कुल सही जवाब बेटा, शाबाश। ते अगे है बेटा, हेठ लिखिया विचों किहड़ा साधन मुक्कन योग है। मुक्कन योग का मतलब ये होंदा है बेटा कि जिन्हों असी दोबारा पैदा नहीं कर सकते या उसनों दोबारा नवियाउण दे विच ਲੱਖਾਂ ਕਰੋੜਾਂ ਸਾਲ बेटा चाहिए ने। तो इहो जिहा किहड़ा साधन है साडे कोल? पहला है पानी बेटा। पानी मुक्कन योग है? हाँ नहीं है बेटा, क्योंकि देखो किन्ने करोड़ां अरबां साल हो गए साडी धरती बनी हुई नूं, ते साडी धरती ते अज भी 71% भाग पानी है, ये मुक्कन योग नहीं है। आगे है पेट्रोल, सूरज की रोशनी और जंगल। ते हाँ बहुत सारे बच्चे बेटा बिल्कुल सही जवाब दे रहे हैं, बहुत अच्छा, वेरी नाइस। पेट्रोल जड़ा है बेटा, ये तुहाडी जो है जो तुहाडा जो अंदाज़ा है बेटा बिल्कुल सही है, क्योंकि पेट्रोल साडे कोल सीमित साधन ने, ये साधन मुक्कन योग है। और जिस हिसाब नाल जिस गति दे नाल असी पेट्रोल का यूज़ कर रहे हैं, तो वो दिन बेटा दूर नहीं है कि जदों एक दिन ऐसा आएगा कि जो अपने सड़क ते चलन वालियां सारियां गड्डियां जो चलदियां पेट्रोल नाल, ये सारियां रुक जाणगियां। ते सानू बेटा जी इन्हां जिहड़े साधनां दी वरतों बड़े संयम नाल, बड़े वधिया तरीके नाल करनी चाहिदी है, तां कि आपां इहो जिहे साधनां नूं थोड़ा होर लंबे समय तक यूज़ कर सकीए। मतलब मेरा बेटा कहण दा इह है कि जिहड़े मुक्कन योग साधन ने, जो सानू पता है भी साडे कोल ये मुक जाने ने, ਤਾਂ ਸਾਨੂੰ ਜੋ ਹੈ ਉਹਨਾਂ ਦੀ ਜਿਹੜੀ ਵਰਤੋਂ ਹੈ ਉਹ ਬੇਫਜ਼ੂਲ ਜਾਂ ਵਿਅਰਥ ਹੀ ਕਰਨੀ ਨਹੀਂ ਚਾਹੀਦੀ। ਚਲਿਏ ਅੱਗੇ ਹੁਣ ਮੈਨੂੰ ਦੱਸੋ ਚੌਥਾ ਕੁਐਸਚਨ ਕਿ ਬਾਕੀ ਸਾਧਨਾਂ ਦੇ ਵਿਕਾਸ ਲਈ ਕਿਹੜਾ ਸਾਧਨ ਪੂਰੀ ਤਰ੍ਹਾਂ ਵਿਕਸਿਤ ਹੋਣਾ ਚਾਹੀਦਾ ਹੈ। ਹਾਂਜੀ, कि साढ़े कोल सारे साधन हैगे ने, लेकिन एक साधन है कि अगर वो साधन पूरी तरह विकसित होएगा
ਤੇ ਉਹ ਬਾਕੀ ਸਾਧਨਾਂ ਦੀ ਸੰਭਾਲ ਆਪਣੇ ਆਪ ਕਰ ਲੇਗਾ। ਤੇ ਤੁਸੀਂ ਵਿੱਚੋਂ ਲੱਭਣਾ ਹੈ ਵੀ ਉਹ ਸਾਧਨ ਕਿਹੜਾ ਹੈ। ਹਾਂਜੀ ਬੇਟਾ, ਖनिज ਸਾਧਨ, ਨਾਮੁਮਕਿਨਯੋਗ ਸਾਧਨ, ਮੁਮਕਿਨਯੋਗ ਸਾਧਨ ਔਰ ਮਨੁੱਖੀ ਸਾਧਨ। ਤਾਂ ਤੁਸੀਂ ਦੱਸੋ ਸੋਚ ਕੇ ਇਹਨਾਂ ਵਿੱਚੋਂ ਜਲਦੀ ਨਾਲ ਕਿ ਕਿਹੜਾ ਜਿਹੜਾ ਸਾਧਨ ਹੈ ਉਹ ਪੂਰੀ ਤਰ੍ਹਾਂ ਵਿਕਸਿਤ ਹੋਣਾ ਚਾਹੀਦਾ ਹੈ। ਹਾਂਜੀ ਹਾਂ ਬੱਚੇ, ਲੱਗਦਾ ਕਿ ਕੱਲ ਵਾਲਾ ਤੁਸੀਂ ਲੈਕਚਰ ਬੜਾ ਵਧੀਆ ਸੁਣਿਆ ਬੇਟਾ, ਤੇ ਬਿਲਕੁਲ ਸਹੀ ਜਵਾਬ ਦੇ ਰਹੇ ਹੋ, ਮਨੁੱਖੀ ਸਾਧਨ। ਕਿਉਂਕਿ ਤੁਹਾਨੂੰ ਮੈਂ ਦੱਸਿਆ ਸੀ ਕਿ ਸਾਡੇ ਸੰਸਾਰ ਦੇ ਵਿੱਚ ਇੱਕ ਦੇਸ਼ ਐਸਾ ਹੈ ਕਿ ਜਿਨ੍ਹਾਂ ਕੋਲ ਜਿਹੜੇ ਕੁਦਰਤੀ ਸਾਧਨ ਨੇ ਬਹੁਤ ਘੱਟ ਨੇ, ਲੇਕਿਨ ਉਹਨਾਂ ਦੇ ਜਿਹੜੇ ਮਨੁੱਖੀ ਸਾਧਨ ਹੈ ਉਹ ਬਹੁਤ ਵਿਕਸਿਤ ਨੇ। ਉਹਨਾਂ ਦੀ ਜਿਹੜੀ ਹੈ ਜਨਸੰਖਿਆ ਹੈ ਬੇਟਾ, ਜੋ ਉੱਥੋਂ ਦੇ ਲੋਕ ਨੇ ਉਹ ਬੇਹੱਦ ਪੜ੍ਹੇ ਲਿਖੇ ਨੇ, ਔਰ ਉਹ ਆਪ ਦੇ ਜਿਹੜੇ ਰਾਸ਼ਟਰੀ ਸਾਧਨ ਨੇ ਬੇਟਾ ਉਹਨਾਂ ਦੀ ਕਦੇ ਵੀ ਫਜ਼ੂਲ ਵਰਤੋਂ ਨਹੀਂ ਕਰਦੇ। ਤੇ ਤੁਹਾਡੇ ਕੋਲ ਮੈਂ ਅੱਗੇ ਪੁੱਛੂੰਗਾ ਵੀ ਉਹਦਾ ਨਾਮ ਕੀ ਹੈ। ਚਲਿਏ ਨੈਕਸਟ ਕੁਐਸਚਨ ਬੇਟਾ, ਧਰਤੀ ਦੇ ਕਿੰਨੇ ਪ੍ਰਤੀਸ਼ਤ ਜਿਹੜੇ ਜੀਵ ਨੇ ਇਹ ਸਮੁੰਦਰਾਂ ਤੋਂ ਉਤਪੰਨ ਹੋਏ? 75%, 54%, 45 ਔਰ 79, 79% ਬੇਟਾ। ਕੱਲ ਮੈਂ ਆਪ ਜੀ ਨੂੰ ਦੱਸਿਆ ਸੀ, ਅਗਰ ਤੁਹਾਨੂੰ ਯਾਦ ਹੋਏਗਾ ਤਾਂ। ਹਾਂ ਬਿਲਕੁਲ ਬੱਚੇ ਬੇਟਾ, ਸ਼ਾਬਾਸ਼, ਬਹੁਤ ਸਹੀ ਹੈ ਬੱਚੇ, ਆਪ ਵੀ ਖੜਾ ਕਰ ਰਹੇ ਨੇ। ਹਾਂਜੀ, ਤਾਂ ਜੋ ਪਹਿਲੀ ਆਪਸ਼ਨ ਹੈ ਬੇਟਾ ਊੜਾ ਆਪਸ਼ਨ, 75% ਜਿਹੜੇ ਜੀਵ ਨੇ ਇਹ ਸਮੁੰਦਰਾਂ ਤੋਂ ਹੀ ਪੈਦਾ ਹੋਏ ਨੇ ਬੇਟਾ, ਤਾਂ ਬਿਲਕੁਲ ਉਹ ਸਹੀ ਜਵਾਬ ਜੀ। ਚਲਿਏ ਅੱਗੇ ਆਪਾਂ ਆਓ ਖਾਲੀ ਥਾਵਾਂ ਭਰਦੇ ਹਾਂ ਬੇਟਾ। ਕੁਦਰਤ ਜਾਂ ਮਨੁੱਖ ਦੁਆਰਾ ਬਣਾਏ ਗਏ ਅਰਥਵਾਨ ਪਦਾਰਥ ਨੂੰ ਅਸੀਂ ਕੀ ਕਹਿੰਦੇ ਹਾਂ? ਕੱਲ ਆਪਣੀ ਜਿਹੜੀ ਹੈ ਇਹ ਡਿਸਕਸ ਹੋਇਆ ਸੀ ਬੇਟਾ ਇਹ ਗੱਲ, ਕਿ ਚਾਹੇ ਕੁਦਰਤ ਵੱਲੋਂ ਬਣੇ ਹੋਏ ਨੇ ਜਾਂ ਮਨੁੱਖ ਨੇ ਬਣਾਏ ਨੇ, ਜਿਹੜੇ ਅਰਥਵਾਨ ਨੇ, ਜੋ ਸਾਡੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ, ਅਸੀਂ ਉਹਨਾਂ ਨੂੰ ਕਹਿੰਦੇ ਹਾਂ, ਹਾਂਜੀ ਹਾਂ ਬਿਲਕੁਲ ਸਹੀ ਜਵਾਬ ਬੇਟਾ, ਸਾਧਨ। ਇਹਨਾਂ ਨੂੰ ਅਸੀਂ ਸਾਧਨ ਕਹਿੰਦੇ ਹੈਗੇ ਹਾਂ। ਓਕੇ, ਜਿਹੜੇ ਸਾਧਨ ਮੌਜੂਦ ਹਨ ਪਰ ਉਹਨਾਂ ਦੀ ਵਰਤੋਂ ਨਹੀਂ ਕੀਤੀ ਜਾ ਰਹੀ, ਅਸੀਂ ਜੋ ਉਹਨਾਂ ਦੀ ਵਰਤੋਂ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਰ ਸਕਦੇ ਹੈਗੇ ਹਾਂ, ਅਸੀਂ ਹਲੇ ਉਹਨਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ, ਤਾਂ ਉਹਨਾਂ ਨੂੰ ਕਿਹੜੇ ਸਾਧਨ ਆਖਾਂਗੇ? ਕੱਲ ਆਪਾਂ ਜਦੋਂ ਉਹਨਾਂ ਦੀ ਕਿਸਮਾਂ ਕੀਤੀਆਂ ਸੀ ਸਾਰੀਆਂ ਬੇਟਾ 6 ਕਿਸਮਾਂ ਸੀ, ਤੇ ਤੁਹਾਨੂੰ ਜ਼ਰੂਰ ਯਾਦ ਹੋਏਗਾ। ਬੜਾ ਸੌਖਾ ਜੋ ਹੈ ਖਾਲੀ ਥਾਂ ਹੈ। ਹਾਂਜੀ, ਅਸੀਂ ਉਹਨਾਂ ਨੂੰ ਕਹਿੰਦੇ ਹਾਂ ਬੇਟਾ ਸੰਭਾਵਿਤ ਸਾਧਨ। ਬਹੁਤ ਅੱਛੇ ਬੱਚੇ, ਕਿਉਂਕਿ ਹਾਲੇ ਅਸੀਂ ਉਹਨਾਂ ਦੀ ਵਰਤੋਂ ਨਹੀਂ ਕਰ ਰਹੇ ਹਾਂ, ਅਸੀਂ ਹਲੇ ਉਹਨਾਂ ਦੀ ਸੰਭਾਵਨਾ ਹੈ ਉਹ ਬਾਅਦ ਚ ਕਰਾਂਗੇ ਜਾ ਕੇ ਆਉਣ ਵਾਲੇ ਫਿਊਚਰ ਦੇ ਵਿੱਚ। ਜਿਸ ਤਰ੍ਹਾਂ ਧਰਤੀ ਹੇਠਾਂ ਦੱਬਿਆ ਹੋਇਆ ਕੋਇਲਾ, ਤੁਹਾਨੂੰ ਮੈਂ ਕੱਲ ਦੱਸਿਆ ਸੀ ਕਿ ਜਿਵੇਂ ਤੁਹਾਡੇ ਘਰੇ ਤੁਸੀਂ ਜਿਹੜੀ ਗੋਲਕ ਹੁੰਦੀ ਹੈ ਉਹਦੇ 'ਚ ਪੈਸੇ ਬਚਾ ਕੇ ਰੱਖਦੇ ਹੋ, ਤੇ ਉਹ ਸੰਭਾਵਿਤ ਸਾਧਨ ਨੇ। ਹਾਂਜੀ, ਵਿਦਿਅਕ ਅਤੇ ਤਕਨੀਕੀ ਯੋਗਤਾ ਕਿਹੜੇ ਸਾਧਨ ਦੀਆਂ ਵਿਸ਼ੇਸ਼ਤਾਵਾਂ ਹਨ? ਇਹ ਤਾਂ ਸ਼ਾਬਾਸ਼ ਬੱਚੇ, ਕਿਉਂਕਿ ਬੜਾ ਆਸਾਨ ਕੁਐਸਚਨ ਹੈ। ਇਹਦੇ ਵਿੱਚ ਤਾਂ ਮਨੁੱਖੀ ਸਾਧਨ ਹੀ ਆ ਸਕਦੇ ਨੇ, ਕਿਉਂਕਿ ਵਿਦਿਆ ਗ੍ਰਹਿਣ ਕਰਨੀ ਹੈ ਮਨੁੱਖ ਨੇ ਕਰਨੀ ਹੁੰਦੀ ਬੇਟਾ, ਤਕਨੀਕੀ ਯੋਗਤਾ ਹਾਸਲ ਕਰਨੀ ਹੈ ਤਾਂ ਉਹ ਮਨੁੱਖ ਨੇ ਕਰਨੀ ਹੁੰਦੀ ਹੈ। ਤਾਂ ਮਨੁੱਖੀ ਸਾਧਨ ਦੀਆਂ ਇਹ ਦੋ ਵਿਸ਼ੇਸ਼ਤਾਵਾਂ ਨੇ, ਵਿਦਿਅਕ ਔਰ ਤਕਨੀਕੀ ਯੋਗਤਾ। ਹਾਂਜੀ, ਜੀਵ ਜੰਤੂ ਅਤੇ ਪੌਦੇ। ਹਾਂਜੀ ਹਾਂ ਬਿਲਕੁਲ, ਇਹ ਤਾਂ ਬੱਚੇ ਨੇ ਬੜੇ ਜਲਦੀ ਜਵਾਬ ਦੇਤਾ ਬੇਟਾ, ਕਿਉਂਕਿ ਜਿਹਦੇ ਵਿੱਚ ਜੀਵ ਸ਼ਬਦ ਆ ਗਿਆ ਬੇਟਾ, ਜੀਵ ਜੰਤੂ ਅਤੇ ਪੌਦੇ, ਤਾਂ ਇਹ ਸਾਡੇ ਜੈਵਿਕ ਸਾਧਨ ਨੇ, ਜੀਵ ਸਾਧਨ ਨੇ ਬੇਟਾ, ਸਹੀ ਹੈ। ਅੱਗੇ ਲਾਸਟ ਕੁਐਸਚਨ ਦੇਖੋ, ਖਾਲੀ ਥਾਂ। ਖਾਲੀ ਥਾਂ ਜੋ ਹੈ ਧਰਤੀ ਦੀ ਸਭ ਤੋਂ ਉੱਪਰਲੀ ਪਰਤ ਹੈ, ਜਿੱਥੇ ਆਪਾਂ ਕੀ ਭਰਾਂਗੇ? ਔਰ ਇਹ ਜਿਹੜੀ ਚੀਜ਼ ਹੈ ਬੇਟਾ, ਮੂਲ ਚਟਾਨਾਂ ਦੇ ਟੁੱਟਣ ਭੱਜਣ ਕਰਕੇ, ਜਲਵਾਯੂ, ਜੀਵਾਂ ਅਤੇ ਰੁੱਖ ਬੂਟਿਆਂ ਦੇ ਗਲਣ ਸੜਨ ਆਦਿ ਤੱਤਾਂ ਦੇ ਅਸਰ ਨਾਲ ਬਣਦੀ ਹੈ। ਹਾਂ ਯਸ, ਕਿਉਂਕਿ ਆਪਾਂ ਕੱਲ ਬੇਟਾ ਕੀਤਾ ਸੀ, ਤਾਂ ਇਹ ਹੈ ਸਾਡੀ ਮਿੱਟੀ। ਓਕੇ, ਮਿੱਟੀ ਜਿਹੜੀ ਹੈ ਬੇਟਾ ਇਹ ਧਰਤੀ ਦੀ ਸਭ ਤੋਂ ਉੱਪਰਲੀ ਪਰਤ ਹੈ। ਬਹੁਤ ਅੱਛੇ ਬੇਟਾ। ਚਲਿਏ, ਇਹ ਮੈਂ ਲੈ ਕੇ ਆਇਆ ਤੁਹਾਡੇ ਵਾਸਤੇ ਬੇਟਾ ਇੱਕ ਮਾਈਂਡ ਮੈਪ। ਉੱਪਰ ਮੈਂ ਲਿਖਿਆ ਹੈ ਕੁਦਰਤੀ ਸਾਧਨ, ਤੇ ਕੱਲ ਜਿਹੜੇ ਆਪਾਂ ਇਹ 6 ਕੀਤੇ ਸੀ, ਤੇ ਹੁਣ ਤੁਸੀਂ ਇਹਨਾਂ ਦੇ ਨਾਮ ਬੇਟਾ ਦੱਸਣਾ ਹੈ। ਓਕੇ, ਤੇ ਜਲਦੀ ਨਾਲ। ਹਾਂਜੀ, ਸਭ ਤੋਂ ਪਹਿਲਾਂ ਜਿਹੜਾ ਸਾਧਨ ਬੋਲੋ ਬੱਚੇ? ਹਾਂਜੀ, ਜੀਵ ਅਤੇ ਨਿਰਜੀਵ ਸਾਧਨ, ਬਿਲਕੁਲ ਸਹੀ ਹੈ ਬੇਟਾ। ਦੂਸਰਾ ਯੈਸ, ਹਾਂ, ਵਿਕਸਿਤ ਅਤੇ ਸੰਭਾਵਿਤ ਸਾਧਨ, ਬਹੁਤ ਅੱਛਾ। ਹਾਂਜੀ, ਉਸ ਤੋਂ ਬਾਅਦ ਬੇਟਾ
बोलो बोलो शाबाश। हाँ जी, हाँ मनुखी साधन बेटा ठीक है, यस। हाँ जी, समुद्री ਅਤੇ ਖनिज ਸਾਧਨ बिल्कुल सही है। ਤੇ हाँ एक बच्चों पीछे हाथ खड़ा कर रहे बेटा, यस। हाँ जी, मिट्टी साधन, ओके बिल्कुल सही जवाब। ਤੇ ਲਾਸਟ ਅੱਛਾ ਭੁੱਲ ਗਏ ਹੋ, ਮੈਂ ਤੁਹਾਨੂੰ ਹਿੰਟ ਦੇਣਾ ਹੈ। ਇਹ ਉਹ ਸਾਧਨ ਦੀ ਆਪਾਂ ਗੱਲ ਕਰਨੀ ਹੈ ਬੇਟਾ ਜਿਹਦੇ ਉੱਪਰ ਆਪਾਂ ਬਣਾਉਣੇ ਆ ਹਸਪਤਾਲ ਬਣਾਉਣੇ ਆ, ਸਕੂਲ ਕਾਲਜ ਕਾਰਖਾਨੇ ਬਣਾਉਣੇ ਹੋਣ। ਹਾਂ ਯੈਸ, ਭੂਮੀ ਸਾਧਨ ਬੇਟਾ ਬਿਲਕੁਲ ਸਹੀ ਜਵਾਬ। ਓਕੇ, ਤਾਂ ਇਹ ਜਿਹੜੇ 6 ਸਾਧਨ ਨੇ ਇਹ ਤੁਹਾਨੂੰ ਬੇਟਾ ਪਤਾ ਹੋਣਾ ਚਾਹੀਦੇ ਹੈ। ਚਲਿਏ ਅੱਗੇ ਆਪਾਂ ਹੁਣ ਕਰਨ ਲੱਗੇ ਹਾਂ ਬੇਟਾ, ਇਹ ਕੁਝ ਸ਼ਬਦ ਤੁਹਾਡੇ ਸਾਹਮਣੇ ਨੇ, ਸਾਧਨ ਨੇ। ਕੋਈ ਇਹਨਾਂ ਵਿੱਚ ਕੁਦਰਤੀ ਸਾਧਨ ਹੈ ਤੇ ਕੋਈ ਗੈਰ ਕੁਦਰਤੀ ਸਾਧਨ ਹੈ। ਤੇ ਹੁਣ ਆ ਨੀਚੇ ਬਾਕਸ ਬੇਟਾ ਬਣਿਆ ਹੋਇਆ ਹੈ, ਇਸ ਡੱਬੇ 'ਚ ਆਪਾਂ ਲਿਖਾਂਗੇ ਕੁਦਰਤੀ ਸਾਧਨ ਔਰ ਇਸ ਬਾਕਸ ਵਿੱਚ ਲਿਖਣੇ ਨੇ ਗੈਰ ਕੁਦਰਤੀ ਸਾਧਨ, ਠੀਕ ਹੈ। ਤੇ ਮੈਂ ਨਾਮ ਬੋਲਦਾ ਹਾਂ, ਤੁਸੀਂ ਮੈਨੂੰ ਦੱਸਣਾ ਵੀ ਮੈਂ ਉਹਨੂੰ ਕਿਹੜੇ ਪਾਸੇ ਰੱਖਾਂ। ਹਾਂਜੀ, ਸਭ ਤੋਂ ਪਹਿਲਾਂ ਜੰਗਲ, हाँ बिल्कुल सही, कुदरती साधन है बेटा। मशीनरी, हाँ जी गैर कुदरती साधन। दरिया, वाह बिल्कुल सही जवाब बेटा, कुदरती साधन। आवाजाई ढांचा, यस गैर कुदरती, क्योंकि ये तो मनुख के बनाए हुए ने बेटा, सड़कां रेलां सारियां ने ये मनुख द्वारा बनाइया ने। सूरजी शक्ति, हाँ जी, हाँ कौन बोलिया गैर कुदरती, अच्छा ओके ओके, हाँ बेटा सही है, जो है सूरजी शक्ति कुदरती साधन है बेटा। बनावटी खादा, हाँ जिहदे च बनावटी आ गया बेटा वो गैर कुदरती है। खनिज पदार्थ ਅਤੇ ਮਨੁੱਖੀ ਸਾਧਨ ਕੁਦਰਤੀ ਸਾਧਨ बेटा। ਬੱਚੇ ਬਹੁਤ ਸਿਆਣੇ ਹੋ ਗਏ ਨੇ, ਸ਼ਾਬਾਸ਼ बेटा। ਚਲਿਏ ਹੋਰ ਆਪਾਂ ਅੱਗੇ ਚੱਲਦੇ ਹਾਂ, ਤੇ ਸਾਡੇ ਕੋਲ ਸਮਾਂ बेटा ਹਲੇ ਥੋੜਾ ਜਿਹਾ ਪਿਆ, ਬਸ ਕੋਈ ਨਹੀਂ, ਤੁਸੀਂ ਚਿੰਤਾ ਨਾ ਕਰੋ। ਹੁਣ ਆਪਾਂ ਮਿਲਾਨ ਕਰਨਾ ਹੈ। ਮੁੱਕਣਯੋਗ ਸਾਧਨ, ਤੇ ਇੱਧਰ ਆਪਸ਼ਨਾਂ ਦਿੱਤੀਆਂ ਹੋਈਆਂ, ਬੋਲੋ ਕਿਹਦੇ ਨਾਲ ਮਿਲਾਵਾਂ ਇਹਨਾਂ ਨੂੰ। ਮੁੱਕਣਯੋਗ ਸਾਧਨ, ਹਵਾ ਪਾਣੀ ਮੁੱਕ ਜਾਏਗਾ ਨਹੀਂ, ਹਾਂ ਠੀਕ ਹੈ। ਤਾਂ ਮੁੱਕਣਯੋਗ ਸਾਧਨ ਹੋਇਆ ਚੌਥੀ ਆਪਸ਼ਨ, ਕੋਲਾ ਅਤੇ ਪੈਟਰੋਲੀਅਮ, ਠੀਕ ਹੈ ਜੀ। ਚਲਿਏ ਹੋਰ आओ ਅੱਗੇ। जीव साधन, हाँ जी जीव साधन च आ गया अपने पौधे, ठीक है। ते पथराट बालन एक सदी विच किन्ने प्रतिशत खत्म हो जाणगे। इत्थे दो ने बेटा प्रतिशत, 29 ते 80। हुण दसो। हाँ ठीक है बेटा, कल अपनी डिस्कस हुई सी, 80% जो है बेटा सही जवाब है, गुड। धरती ते किन्ने प्रतिशत जिहड़ा है थल भाग है, हाँ ये सारे बच्चों को पता है, 29% बेटा सही जवाब। ते ना मुक्कणयोग साधन हवा अते पानी, बहुत अच्छा बेटा। चलिए अगे हुण आपां गल करनी है मिट्टी दियां किस्मां बेटा, ओके। ते मिट्टी दियां किस्मां बारे तुहानूं जरूर बेटा पता होएगा, चलो मैं तुहाडे नाल चलदा हां। जिस तरह बेटा पर्वतीय मिट्टी है, जलोड़ी मिट्टी है, हाँ जी हाँ शाबाश। हाँ वो पिछे जरा बच्चा बैठा बोलने की कोशिश कर रहा है, लेटराइट मिट्टी बिल्कुल सही है बेटा, ओके। होर लाल मिट्टी, यस। हाँ जी काली मिट्टी, हाँ दस सकते हो बेटा कि जी काली मिट्टी है ये किस कपा के वास्ते बड़ी महत्वपूर्ण होंगी है। हाँ जी हाँ हाँ बोलो बोलो, हाँ हाँ शाबाश ठीक है, कपा। हाँ याद रखना है, कक्के तो ही काली और कक्के तो कपा। तो कई बार असी इसनूं काली मिट्टी ना कह के कपाही मिट्टी या रैगुलर मिट्टी भी बेटा कह देने आ गया, ओके। तो ये जिहड़ियां साडियां बेटा मिट्टी दियां किस्मां ने। होर आओ आपां अगे चलदे हां। हुण तुसीं मैनूं दसना है बई सही या गलत, कोला ते पेट्रोलियम नव्यानयोग साधन ने, हाँ जी बोलो हाँ कि नहीं, कि इन्हां नूं नव्याया जा सकदा है, बोलो बोलो। बच्चे मुश्किल पेश आ रही है, चलो तुसीं अपना बेटा इंतजार करना। तो मैं तुहानूं ना एक होर चीज़ दिखाना, तुसीं मैनूं दसना है कि किहड़ा साधन है बेटा। हाँ जी आ देखो, दसो मैनूं भी ये किहड़ा साधन है, कुदरती कि गैर कुदरती। हाँ कुदरती साधन है बेटा, क्योंकि जिहड़े पेड़ पौधे ने आ देखो पहाड़ों तो निकलदियां नदियां बेटा,
क्या बात है। हाँ ये गैर कुदरती कौन बोले नहीं बेटा, ये गलत है। हाँ यस, ਜਿਹੜਾ पानी है बेटा ये साडे